ਐਂਡ ਸਟਾਫ ਆਰਗੇਨਾਈਜੇਸ਼ਨ ਤੁਸੀਂ ਕੰਮ ਕਰਨ ਜਾਣਾ। ਜਿੱਥੇ ਤੁਹਾਡੀ ਜੌਬ ਹੈ, ਜਿੱਥੇ ਤੁਸੀਂ ਵੱਡੀਆਂ ਕੰਪਨੀਆਂ ਦੇ ਵਿੱਚ ਜੌਬ ਕਰਨ ਜਾਣਾ, ਉੱਥੇ ਤੁਹਾਡੇ ਮਲਟੀਪਲ ਬੌਸਸ ਹੋਣਗੇ। ਹਰ ਇੱਕ ਡਿਪਾਰਟਮੈਂਟ ਦਾ ਜੇ ਤੁਸੀਂ ਜੌਬ ਕਰਨੀ ਹੈ, ਜੁਆਇਨ ਉੱਥੇ ਕਰਨੀ ਹੈ ਐਜ਼ ਅ ਜੂਨੀਅਰ ਇੰਜੀਨੀਅਰ, ਐਜ਼ ਅ ਸੁਪਰਵਾਈਜ਼ਰ ਜਾਂ ਐਜ਼ ਅ ਟੈਕਨੀਸ਼ੀਅਨ, ਤਾਂ ਤੁਹਾਡੇ ਜਿੰਨੇ ਵੀ ਡਿਪਾਰਟਮੈਂਟਸ ਦੇ ਬੌਸਸ ਨੇ ਉੱਥੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਡਿਪਾਰਟਮੈਂਟਸ ਹੁੰਦੇ ਨੇ, ਜਿਵੇਂ ਫਾਈਨਾਂਸ ਡਿਪਾਰਟਮੈਂਟ ਹੈ, ਪ੍ਰੋਡਕਸ਼ਨ ਡਿਪਾਰਟਮੈਂਟ ਹੈ, ਮਾਰਕੀਟਿੰਗ ਡਿਪਾਰਟਮੈਂਟ ਹੈ, ਸਟੋਰਸ ਡਿਪਾਰਟਮੈਂਟ ਹੈ। ਉਹ ਸਾਰੇ ਡਿਪਾਰਟਮੈਂਟਸ ਦੇ ਜਿਹੜੇ ਹੈਡਸ ਨੇ ਉਹ ਤੁਹਾਡੇ ਬੌਸਸ ਹੋਣਗੇ। ਆਪਾਂ ਮਲਟੀਪਲ ਬੌਸਸ ਤੋਂ ਅੰਡਰ ਤੁਹਾਨੂੰ ਕੰਮ ਕਰਨਾ ਪਏਗਾ। ਇੱਕ ਤੁਹਾਡਾ ਇੰਡੀਵਿਜੂਅਲ ਬੌਸ ਹੋਗਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਬਾਕੀ ਵੀ ਜਿਹੜੇ ਮੈਨੇਜਰਸ ਨੇ ਉਹ ਤੁਹਾਡੇ ਬੌਸਸ ਹੋਣਗੇ। ਆਪਾਂ ਕਹਿੰਦੇ ਕਿ ਲਾਈਨ ਐਂਡ ਸਟਾਫ, ਲਾਈਨ ਦਾ ਕੰਮ ਇਕੱਲਾ ਡਿਸਿਪਲਿਨ ਤੇ ਸਟੇਬਿਲਿਟੀ ਨੂੰ ਮੇਨਟੇਨ ਕਰਨਾ, ਸਟਾਫ ਦਾ ਕੰਮ ਜਿਹੜੀਆਂ ਬਾਕੀ ਰਿਸਪੌਂਸਿਬਿਲਿਟੀਜ਼ ਨੇ, ਜਿਵੇਂ ਰਿਸਰਚ ਹੈ, ਪਲੈਨਿੰਗ ਹੈ, ਸ਼ਡਿਊਲਿੰਗ ਹੈ, ਐਸਟੈਬਲਿਸ਼ਿੰਗ ਸਟੈਂਡਰਡਸ ਹੈ, ਰਿਕਾਰਡਿੰਗ ਆਫ ਪਰਫਾਰਮੈਂਸ ਐਂਡ ਗਿਵਸ ਐਫੀਸ਼ੀਐਂਸੀ ਐਂਡ ਇਕੋਨੋਮਿਕਲ ਪਰਫਾਰਮੈਂਸ। ਲਾਸਟ ਇਜ਼ functional organization. Functional organization is sometimes called a WF Taylor organization. ਇਹਨੂੰ ਅਸੀਂ ਜ਼ਿਆਦਾਤਰ WF Taylor organization ਵੀ ਕਹਿੰਦੇ ਆ। WF Taylor ਮੈਨੇਜਮੈਂਟ ਦਾ ਗੁਰੂ ਸੀ। ਉਹਨੇ ਕਹਿੰਦਾ ਕਿ ਜਿਹੜਾ ਇੱਕ ਬੰਦਾ ਆਪਣੀ ਓਪੀਨੀਅਨ ਦਿੱਤੀ ਹੈ ਕਿ ਇੱਕ ਬੰਦੇ ਦੇ ਵਿੱਚ ਸਾਰੇ ਸਕਿੱਲਸ ਨਹੀਂ ਹੋ ਸਕਦੇ, ਜਿਵੇਂ ਆਪਾਂ ਨੂੰ ਸਕਿੱਲਸ ਚਾਹੀਦੇ ਨੇ, ਉਹਦੇ ਲਈ ਇੱਕ ਬੰਦੇ ਦੇ ਵਿੱਚ, ਇੰਡੀਵਿਜੂਅਲ ਦੇ ਵਿੱਚ ਸਾਰੇ ਸਕਿੱਲਸ ਪੋਸੀਬਲ ਨਹੀਂ ਹੈਗਾ। ਤਾਂ ਇਸ ਕਰਕੇ ਉਹਨੇ ਕਿਹਾ ਕਿ ਡਿਫਰੈਂਟ ਜਿਹੜੇ ਐਕਸਪਰਟਸ ਨੇ ਉਸ ਚੀਜ਼ ਦੇ, ਉਹਨਾਂ ਨੂੰ ਉਹਨਾਂ ਦੇ ਫੰਕਸ਼ਨਲ ਹੈਡ ਲਾ ਦਿੱਤਾ ਜਾਵੇ। WF Taylor, as according to WF Taylor, nobody in the world is there to have all the required skills of the organization. Example: brain, education, manual strength, tactics, energy, honesty, judgment, common sense and good health. WF Taylor ਕਹਿੰਦਾ ਕਿ ਕੋਈ ਵੀ ਵਰਲਡ ਦੇ ਵਿੱਚ ਇਦਾਂ ਦਾ ਬੰਦਾ ਨਹੀਂ ਕਿ ਜਿਹਦੇ ਵਿੱਚ ਉਹ ਇੰਟੈਲੈਕਚੁਅਲ ਵੀ ਹੋਵੇ, ਥਿੰਕ ਟੈਂਕ ਵੀ ਹੋਵੇ, ਉਹਦੇ ਕੋਲੇ ਐਜੂਕੇਸ਼ਨ ਲੈਵਲ ਵੀ ਬਹੁਤ ਜ਼ਿਆਦਾ ਹੋਵੇ, ਫਿਜ਼ੀਕਲੀ ਕੰਮ ਵੀ ਬਹੁਤ ਜ਼ਿਆਦਾ ਕਰ ਸਕਦਾ ਹੋਵੇ, ਟੈਕਟਿਕਸ ਵੀ ਉਹਨੂੰ ਆਉਂਦੇ ਹੋਣ, ਉਹਦੇ ਕੋਲ ਐਨਰਜੀ ਲੈਵਲ ਬਹੁਤ ਜ਼ਿਆਦਾ ਹੋਵੇ, ਓਨੈਸਟੀ ਹੋਵੇ, ਜੱਜ ਕਰ ਸਕਦਾ ਹੋਵੇ, ਕਾਮਨ ਸੈਂਸ ਹੋਵੇ ਅਤੇ ਗੁੱਡ ਹੈਲਥ ਹੋਵੇ। ਉਹ ਕਹਿੰਦਾ ਇੱਕ ਬੰਦੇ ਦੇ ਵਿੱਚ ਇੰਨੀਆਂ ਪ੍ਰੋਪਰਟੀਜ਼ ਹੋਣਾ ਮੁਸ਼ਕਲ ਹੈ। ਇਸ ਲਈ ਉਹਨੇ ਕੀ ਕਿਹਾ, WF Taylor ਕੀ ਕਹਿੰਦਾ ਕਿ ਸੋ ਹੀ ਡਿਵਾਈਡਡ ਰਿਸਪੌਂਸਿਬਿਲਿਟੀਜ਼ ਆਫ ਆਰਗੇਨਾਈਜੇਸ਼ਨ ਅਕੋਰਡਿੰਗ ਟੂ ਫੰਕਸ਼ਨਸ ਟੂ ਬੀ ਪਰਫਾਰਮ ਐਂਡ ਅਸਾਈਨ ਫੰਕਸ਼ਨਲ ਹੈਡ ਇੰਸਟੈਡ ਆਫ ਡਿਪਾਰਟਮੈਂਟਲ ਹੈਡਸ। ਸੋ ਦਿਸ ਫਾਰਮ ਇਜ਼ ਕਾਲਡ ਐਜ਼ ਫੰਕਸ਼ਨਲ ਆਰਗੇਨਾਈਜੇਸ਼ਨ। WF Taylor ਕਹਿੰਦਾ ਕਿ ਆਰਗੇਨਾਈਜੇਸ਼ਨਸ ਦੇ ਵਿੱਚ ਜਿਹੜੇ ਬੰਦੇ ਜਿਹੜੇ ਫੀਲਡ ਦੇ ਐਕਸਪਰਟ ਨੇ, ਉਹਨਾਂ ਨੂੰ ਉਸ ਪਰਫਾਰਮੈਂਸ ਦੇ ਅਕੋਰਡਿੰਗ ਉਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਫੰਕਸ਼ਨਲ ਹੈਡ ਲਾ ਦਿੱਤੇ ਜਾਣ, ਤਾਂ ਕਿ ਉਹ ਬੰਦਾ ਜਿਹੜਾ ਐਕਸਪਰਟ ਹੈ, ਇੱਕ ਚੀਜ਼ ਦਾ ਐਕਸਪਰਟ ਹੈ, ਉਹ ਆਪਣੇ ਅੰਡਰ ਜਿਹੜੀ ਟੀਮ ਕੰਮ ਕਰ ਰਹੀ ਹੈ ਉਸ ਐਕਸਪਰਟਾਈਜ਼ ਨੂੰ, ਉਹ ਟੀਮ ਨੂੰ ਬੈਨੀਫਿਟ ਹੋਏਗਾ ਐਕਸਪਰਟਾਈਜ਼ ਦਾ, ਅਤੇ ਉਹ ਜਿਹੜੀ ਟੀਮ ਹੈ ਪ੍ਰੋਪਰ ਪਰਫਾਰਮ ਕਰੇਗੀ। ਇਹ ਉਹਨੇ ਕਿਹਾ ਕਿ ਇਹਦੇ ਦੇਖੋ, functional organization is sometimes called a WF Taylor organization. As according to WF Taylor, nobody in the world is there to have all the required skills of the organization. That is brain, education, manual strength, tact, energy, honesty, judgment, common sense and good health. So he divided the responsibilities of the organization according to functions to be performed and assign functional head instead of departmental heads. So this form is called as functional organization. Next is levels of management. ਕਿਉਂਕਿ ਬੇਟੇ ਜਿਹੜਾ levels of management ਹੈ ਇਹ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ। levels of management, ਤੁਸੀਂ ਜਿਹੜੇ ਬੱਚੇ ਇਸ ਟਾਈਮ ਇੱਥੇ ਪੜ੍ਹ ਰਹੇ ਹੋ, ਡਿਪਲੋਮਾ ਕਰ ਰਹੇ ਹੋ, ਡਿਪਲੋਮਾ ਕਰਕੇ ਤੁਸੀਂ ਜੇ ਆਪਣੀ ਜੌਬ ਨੂੰ ਸਟਾਰਟ ਕਰਦੇ ਹੋ, ਅਸੀਂ 3 ਤਰ੍ਹਾਂ ਦੇ ਲੈਵਲਸ ਆਰਗੇਨਾਈਜੇਸ਼ਨ ਦੇ ਵਿੱਚ, ਮੈਨੇਜਮੈਂਟ ਦੇ ਵਿੱਚ ਦੇਖਦੇ ਹਾਂ ਕਿ ਫਸਟ ਹੁੰਦਾ ਕਿ ਲੋਅਰ ਲੈਵਲ ਆਫ ਮੈਨੇਜਮੈਂਟ, ਮਿਡਲ ਲੈਵਲ ਆਫ ਮੈਨੇਜਮੈਂਟ ਅਤੇ ਟੌਪ ਲੈਵਲ ਆਫ ਮੈਨੇਜਮੈਂਟ। ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਹੈ
ਲੋਅਰ ਲੈਵਲ ਤੋਂ। ਦੇਖੋ ਜਿਹੜੇ ਤੁਸੀਂ ਜੇ ਆਪਣੀ ਜੌਬ ਸਟਾਰਟ ਕਰਦੇ ਹੋ ਆਫਟਰ ਡਿਪਲੋਮਾ, ਤਾਂ ਤੁਸੀਂ ਕੰਪਨੀਜ਼ ਦੇ ਵਿੱਚ ਰਿਕਰੂਟ ਹੋਵੋਗੇ ਐਜ਼ ਅ ਜੂਨੀਅਰ ਇੰਜੀਨੀਅਰ ਜਾਂ ਐਜ਼ ਅ ਸੁਪਰਵਾਈਜ਼ਰ। ਤੁਸੀਂ ਬਿਲਕੁਲ ਮੈਨੇਜਮੈਂਟ ਦਾ ਇੱਕ ਲੋਅਰ ਲਿੰਕ ਹੋ, ਸਭ ਤੋਂ ਲੋਐਸਟ ਲਿੰਕ ਜਿਹੜਾ ਮੈਨੇਜਮੈਂਟ ਦਾ, ਤੁਸੀਂ ਉੱਥੋਂ ਆਪਣੀ ਜੌਬ ਨੂੰ ਸਟਾਰਟ ਕਰਨਾ ਹੈ। ਜੇ ਤੁਸੀਂ ਆਪਣਾ ਡਿਪਲੋਮਾ ਕਰਨ ਤੋਂ ਬਾਅਦ 3 ਸਾਲ ਦੀ ਡਿਗਰੀ ਕਰ ਲੈਂਦੇ ਹੋ ਤਾਂ ਤੁਸੀਂ ਸਟਾਰਟ ਕਰੋਗੇ ਆਪਦਾ ਕੈਰੀਅਰ ਐਜ਼ ਅ ਇੰਜੀਨੀਅਰ। ਜੇ ਤੁਸੀਂ ਐਜ਼ ਅ ਇੰਜੀਨੀਅਰ ਸਟਾਰਟ ਕਰੋਗੇ ਤੇ ਤੁਸੀਂ ਦੇਖੋ ਆਪਣੀ ਸਾਰੀ ਜੌਬ ਦੇ ਵਿੱਚ ਮਿਡਲ ਲੈਵਲ ਤੋਂ ਅਬਵ ਜਾ ਕੇ ਤੁਸੀਂ ਰਿਟਾਇਰ ਹੋਵੋਗੇ। ਜੇ 60 ਸਾਲ ਤੱਕ ਕੰਮ ਕਰਨਾ ਹੈ। ਜੇ ਤੁਸੀਂ ਆਪਣਾ ਕੈਰੀਅਰ ਡਿਪਲੋਮਾ ਕਰਨ ਤੋਂ ਬਾਅਦ ਸਟਾਰਟ ਕਰੋਗੇ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਾਂ ਤੁਹਾਡਾ ਲੈਵਲ ਕਿੱਥੇ ਜਾ ਕੇ ਤੁਹਾਡੀ ਜੌਬ ਹੈ ਜਿਹੜੀ ਉਹ ਖਤਮ ਹੋ ਜਾਏਗੀ। ਇਹ ਤੁਹਾਨੂੰ ਇਹਦੇ ਵਿੱਚ ਮੈਂ ਐਕਸਪਲੇਨ ਕਰਨਾ। ਫਸਟ ਕੀ ਲੈਵਲਸ ਆਫ ਮੈਨੇਜਮੈਂਟ। The main significance of levels is that they determine authority and responsibility relationship in an organization. देखो मैनेजमेंट ਦਾ ਲੈਵਲ ਹੈ ਕਿ ਅਥਾਰਟੀ ਅਤੇ ਰਿਸਪੌਂਸਿਬਿਲਟੀ। ਜਿਹੜੀ ਸਭ ਤੋਂ ਜ਼ਿਆਦਾ ਅਥਾਰਟੀ ਹੁੰਦੀ ਹੈ ਉਹ ਟੌਪ ਮੈਨੇਜਮੈਂਟ ਕੋਲੇ ਹੁੰਦੀ ਹੈ, ਤੇ ਸਭ ਤੋਂ ਜ਼ਿਆਦਾ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਜਿੱਥੋਂ ਤੁਸੀਂ ਜੌਬ ਸ਼ੁਰੂ ਕਰਨੀ ਹੈ, ਤੁਸੀਂ ਵਰਕਰਸ ਤੋਂ ਇੱਕ ਸਟੈਪ ਉੱਤੇ ਆਪਣੀ ਜੌਬ ਨੂੰ ਸਟਾਰਟ ਕਰਨਾ ਹੈ। ਸਭ ਤੋਂ ਜ਼ਿਆਦਾ ਰਿਸਪੌਂਸਿਬਿਲਟੀ ਤੁਹਾਡੀ ਹੋਏਗੀ, ਤੁਸੀਂ ਬਿਲਕੁਲ ਮੈਨੇਜਮੈਂਟ ਦਾ ਲੋਅਰ ਲਿੰਕ ਹੋ ਉੱਥੇ, ਤੇ ਸਭ ਤੋਂ ਜ਼ਿਆਦਾ ਜਿਹੜੀ ਅਥਾਰਟੀ ਹੈ ਉਹ ਟੌਪ ਮੈਨੇਜਮੈਂਟ ਕੋਲ ਹੋਏਗੀ। ਅਥਾਰਟੀ ਉੱਪਰੋਂ ਥੱਲੇ ਨੂੰ ਆਏਗੀ, ਰਿਸਪੌਂਸਿਬਿਲਟੀ ਥੱਲੋਂ ਉੱਪਰ ਨੂੰ ਜਾਏਗੀ। ਸਭ ਤੋਂ ਪਹਿਲਾਂ ਟੌਪ ਮੈਨੇਜਮੈਂਟ ਦੇ ਵਿੱਚ ਕੀ ਹੈ, ਉਹਦੇ ਵਿੱਚ ਸ਼ੇਅਰ ਹੋਲਡਰਸ ਆ ਗਏ ਜਾਂ ਕੰਪਨੀ ਦੇ ਜਿਹੜੇ ਓਨਰਸ ਆ ਗਏ। ਜਿਹੜੇ ਸ਼ੇਅਰ ਹੋਲਡਰਸ ਹੁੰਦੇ ਨੇ ਉਹਨਾਂ ਨੇ ਕੰਪਨੀ ਦੇ ਵਿੱਚ ਆਪਣਾ ਪੈਸਾ ਲਾਇਆ ਹੁੰਦਾ ਹੈ, ਇੰਡੀਵਿਜੂਅਲ ਪੈਸਾ ਲਾਇਆ ਹੁੰਦਾ ਹੈ। ਐਕਚੁਅਲੀ ਕੰਪਨੀ ਦੇ ਮਾਲਕ ਸ਼ੇਅਰ ਹੋਲਡਰਸ ਹੀ ਹੁੰਦੇ ਨੇ। ਉਸ ਤੋਂ ਬਾਅਦ ਸੈਕੰਡ ਆ ਜਾਂਦਾ ਹੈ ਬੋਰਡ ਆਫ ਡਾਇਰੈਕਟਰਸ। ਬੋਰਡ ਆਫ ਡਾਇਰੈਕਟਰਸ ਨੇ ਜਿਹੜੇ ਟੌਪ ਮੈਨੇਜਮੈਂਟ ਦੇ ਵਿੱਚ ਸਾਰਾ ਕੰਮ ਦੇਖਦੇ ਨੇ। ਉਸ ਤੋਂ ਨੀਚੇ ਚੇਅਰਮੈਨਸ, ਅੱਗੇ ਮੈਨੇਜਿੰਗ ਡਾਇਰੈਕਟਰਸ, ਐਗਜ਼ੈਕਟਿਵ ਡਾਇਰੈਕਟਰਸ ਤੇ ਜਨਰਲ ਮੈਨੇਜਰ। ਇਹ ਆਪਣੇ ਕੋਲ ਸਾਰੇ ਜਿਹੜੇ ਸਟੈਪਸ ਨੇ ਇਹ ਟੌਪ ਮੈਨੇਜਮੈਂਟ ਦੇ। ਫਸਟ ਸ਼ੇਅਰ ਹੋਲਡਰਸ ਨੇ ਜਾਂ ਓਨਰ ਹੈ ਕੰਪਨੀ ਦਾ, ਬੋਰਡ ਆਫ ਡਾਇਰੈਕਟਰਸ ਆ ਗਏ, ਚੇਅਰਮੈਨ ਆ ਗਏ, ਕੰਪਨੀਜ਼ ਦੇ MDs ਆ ਗਏ, ਐਗਜ਼ੈਕਟਿਵ ਡਾਇਰੈਕਟਰਸ ਆ ਗਏ ਜਾਂ ਜਨਰਲ ਮੈਨੇਜਰਸ ਆ ਗਏ। ਸੈਕਿੰਡ ਆਪਣੇ ਕੋਲੇ ਆ ਗਏ ਮਿਡਲ ਲੈਵਲ ਮੈਨੇਜਮੈਂਟ। ਮਿਡਲ ਲੈਵਲ ਮੈਨੇਜਮੈਂਟ ਦੇ ਵਿੱਚ ਜਿੰਨੇ ਵੀ ਕੰਪਨੀ ਦੇ ਫੰਕਸ਼ਨਲ ਹੈਡਸ ਨੇ, ਜਿੰਨੀਆਂ ਵੀ ਕੰਪਨੀ ਦੇ ਵਿੱਚ ਚਾਹੇ ਪ੍ਰੋਡਕਸ਼ਨ ਡਿਪਾਰਟਮੈਂਟ ਹੈ, ਫਿਨਾਂਸ ਡਿਪਾਰਟਮੈਂਟ ਹੈ, ਮਾਰਕੀਟਿੰਗ ਡਿਪਾਰਟਮੈਂਟ ਹੈ, ਪਰਚੇਜ਼ ਡਿਪਾਰਟਮੈਂਟ ਹੈ, ਚਾਹੇ ਆਪਣੇ ਕੋਲੇ ਸ਼ਾਪ ਫਲੋਰ ਹੈ, ਕੁਆਲਿਟੀ ਡਿਪਾਰਟਮੈਂਟ ਹੈ, ਜਿੰਨੇ ਵੀ ਆਪਣੇ ਕੋਲੇ ਡਿਪਾਰਟਮੈਂਟਸ ਨੇ ਉਹਨਾਂ ਦੇ ਜਿਹੜੇ ਫੰਕਸ਼ਨਲ ਹੈਡਸ ਨੇ, ਡੈਵਿਡ ਟੇਲਰ ਨੇ ਕਿਹਾ ਸੀ ਕਿ ਹਰ ਇੱਕ ਡਿਪਾਰਟਮੈਂਟ ਦਾ ਇੰਡੀਵਿਜੂਅਲ ਫੰਕਸ਼ਨਲ ਹੈਡ ਲਾਓ। ਕੋਈ ਇੱਕ ਬੰਦੇ ਦੇ ਵਿੱਚ ਸਾਰੀਆਂ ਕੁਆਲਿਟੀਜ਼ ਨਹੀਂ ਹੋ ਸਕਦੀਆਂ। ਉਸ ਤੋਂ ਨੀਚੇ ਆਪਣੇ ਕੋਲੇ ਆ ਗਿਆ ਡਿਵੀਜ਼ਨਲ ਔਰ ਸੈਕਸ਼ਨਲ ਆਫਿਸਰਸ। ਅੱਗੇ ਫੰਕਸ਼ਨ ਤੋਂ ਨੀਚੇ ਆਪਾਂ ਡਿਵਾਈਡ ਕਰਤਾ ਸੈਕਸ਼ਨਸ ਦੇ ਵਿੱਚ। ਇੱਕ ਡਿਪਾਰਟਮੈਂਟ ਦੇ ਆਪਾਂ ਡਿਫਰੈਂਟ ਸੈਕਸ਼ਨਸ ਬਣਾਤੇ। ਨੈਕਸਟ ਆਪਣੇ ਕੋਲ ਆ ਗਿਆ ਡਿਪਟੀ ਔਰ ਬ੍ਰਾਂਚ ਮੈਨੇਜਰ। ਮੈਂ ਤੁਹਾਨੂੰ ਇਸੇ ਐਕਸਪਲੇਨ ਕਰਾਂਗਾ ਕਿ ਜੇ ਤੁਸੀਂ ਆਪਣਾ ਕੈਰੀਅਰ ਸਟਾਰਟ ਕਰਨਾ ਚਾਹੁੰਦੇ ਹੋ ਆਫਟਰ ਡਿਪਲੋਮਾ ਤਾਂ ਤੁਹਾਡਾ ਕੈਰੀਅਰ ਵਰਕਰਸ ਤੋਂ ਇੱਕ ਸਟੈਪ ਉੱਤੇ ਸਟਾਰਟ ਹੋ ਜਾਏਗਾ, ਇੱਥੇ ਸੁਪਰਵਾਈਜ਼ਰ ਦਾ। ਜੇ ਤੁਸੀਂ ਡਿਪਲੋਮਾ ਕਰਨ ਤੋਂ ਬਾਅਦ, ਦੇਖੋ ਮੈਟ੍ਰਿਕ ਤੋਂ ਬਾਅਦ 3 ਸਾਲ ਦਾ ਡਿਪਲੋਮਾ ਕੀਤਾ ਤੇ ਤੁਸੀਂ ਜੇ 3 ਸਾਲ ਡਿਗਰੀ ਦੇ ਵਿੱਚ ਇਨਵੈਸਟ ਕਰ ਰਹੇ ਹੋ, ਚਾਹੇ ਤੁਸੀਂ ਐਜੂਕੇਸ਼ਨਲ ਲੋਨ ਲੈ ਕੇ ਆਪਣੀ ਡਿਗਰੀ ਕਰੋ, ਉਸ ਤੋਂ ਬਾਅਦ ਜਦੋਂ ਤੁਸੀਂ ਜੌਬ ਲੱਗ ਜਾਓਗੇ ਆਪਣੀਆਂ ਇੰਸਟਾਲਮੈਂਟਸ ਬੈਂਕ ਨੂੰ ਵਾਪਸ ਕਰੋ, ਤਾਂ ਤੁਸੀਂ ਜੇਈ ਨਹੀਂ ਲੱਗੋਗੇ ਇੰਡਸਟਰੀ ਦੇ ਵਿੱਚ, ਤੁਸੀਂ ਸਿੱਧਾ ਆਪਣਾ ਇੰਜੀਨੀਅਰ ਲੱਗੋਗੇ। ਜਿਸ ਤੋਂ ਅੱਗੇ ਤੁਸੀਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਲੈਂਦੇ ਹੋ, ਤੁਸੀਂ ਆਪਣੀ MBA ਕਰ ਲੈਂਦੇ ਹੋ, ਤਾਂ ਤੁਹਾਡੀ ਜਿਹੜੀ ਜੌਬ ਹੈ ਉਹ ਇਸ ਲੈਵਲ ਤੋਂ ਸਟਾਰਟ ਹੋਏਗੀ। ਦੇਖੋ ਤੁਸੀਂ ਡਿਪਲੋਮਾ ਕਰਨ ਤੋਂ ਬਾਅਦ ਜੇ 3 ਸਾਲ ਡਿਗਰੀ ਤੇ 2 ਸਾਲ ਪੋਸਟ ਗ੍ਰੈਜੂਏਸ਼ਨ 5 ਸਾਲ ਹੋਰ ਪੜ੍ਹ ਲੈਂਦੇ ਹੋ, ਤਾਂ ਤੁਸੀਂ ਆਪਣੇ ਜਿਹੜਾ ਤੁਹਾਡਾ ਪੀਅਰ ਗਰੁੱਪ ਹੈ ਡਿਪਲੋਮੇ ਦੇ ਵਿੱਚ ਬੱਚਿਆਂ ਤੋਂ ਲਾਈਫ ਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਚਲੇ ਜਾਣਾ। ਇਹ ਤੁਸੀਂ ਡਿਸਾਈਡ ਕਰਨਾ ਹੈ। ਤੁਹਾਡੇ ਵਿੱਚੋਂ ਜਿਹੜੇ ਬੱਚੇ ਡਿਜ਼ਰਵਿੰਗ ਨੇ, ਜਿਹੜੇ ਬੱਚਿਆਂ ਦੇ ਪੇਰੈਂਟਸ ਫੀਸ ਅਫੋਰਡ ਕਰ ਸਕਦੇ ਨੇ, ਚਾਹੇ ਤੁਸੀਂ ਆਪਣਾ ਐਜੂਕੇਸ਼ਨਲ ਲੋਨ ਲਓ, ਆਪਣੀ ਡਿਗਰੀ ਜ਼ਰੂਰ ਕਰੋ। ਮੇਰੀ ਤੁਹਾਨੂੰ ਇਹੀ ਐਡਵਾਈਸ ਹੈ ਕਿ ਡਿਗਰੀ ਕਰੋ, ਪੋਸਟ ਗ੍ਰੈਜੂਏਸ਼ਨ ਕਰੋ, ਤਾਂ ਕਿ ਤੁਸੀਂ ਆਪਣਾ ਜਿਹੜਾ ਸਟਾਰਟ ਹੈ ਮਿਨੀਮਮ ਮਿਡਲ ਲੈਵਲ ਤੋਂ ਕਰ ਸਕੋ, ਤੇ ਤੁਹਾਡੀ ਜਿਹੜੀ ਰਿਟਾਇਰਮੈਂਟ ਹੈ ਕਮ ਸੇ ਕਮ GM ਜਾਂ ਚੇਅਰਮੈਨ ਤੇ ਜਾ ਕੇ ਹੋਏਗੀ।
ਜੇ ਤੁਸੀਂ ਆਪਣਾ ਕੈਰੀਅਰ ਇਸ ਤੋਂ ਸ਼ੁਰੂ ਕਰਦੇ ਹੋ ਆਫਟਰ ਡਿਪਲੋਮਾ, ਤੁਸੀਂ ਮੈਕਸਿਮਮ ਬ੍ਰਾਂਚ ਮੈਨੇਜਰ ਤੱਕ ਹੀ ਜਾ ਕੇ ਰਿਟਾਇਰ ਹੋ ਜਾਓਗੇ ਲਾਈਫ ਦੇ ਵਿੱਚ। ਇਹ ਹੁਣ ਤੁਸੀਂ ਦੇਖਣਾ ਹੈ, ਤੁਹਾਡੀ ਆਪਣੀ ਲਾਈਫ ਹੈ, ਐਡਵਾਈਸ ਕਰ ਸਕਦੇ ਹਾਂ, ਸਿਰਫ ਤੁਹਾਨੂੰ ਸੁਜੈਸ਼ਨ ਦੇ ਸਕਦੇ ਹਾਂ ਕਿ ਫਰਦਰ ਅੱਗੇ 3 ਸਾਲ ਪੜ੍ਹੋ, ਫਿਰ ਪੋਸੀਬਲ ਹੈ 2 ਸਾਲ ਹੋਰ ਪੜ੍ਹੋ, 5 ਸਾਲ ਕਰਕੇ ਪੋਸਟ ਗ੍ਰੈਜੂਏਸ਼ਨ ਕਰਕੇ ਮਾਸਟਰਸ ਕਰਕੇ ਆਪਣੀ ਡਿਗਰੀ ਤੁਸੀਂ ਮਿਡਲ ਲੈਵਲ ਮੈਨੇਜਮੈਂਟ ਤੋਂ ਆਪਣਾ ਕੈਰੀਅਰ ਸਟਾਰਟ ਕਰੋ, ਤਾਂ ਕਿ ਤੁਸੀਂ ਜਦੋਂ 60 ਏਜ ਦੀ ਏਜ ਅਟੇਨ ਕਰਕੇ ਰਿਟਾਇਰ ਹੋ ਟੌਪ ਮੈਨੇਜਮੈਂਟ ਦੇ ਵਿੱਚੋਂ ਰਿਟਾਇਰ ਹੋਗੇ। ਕਿਉਂਕਿ ਆਪਣੇ ਕੋਲ ਬੜੇ ਡਿਫਰੈਂਟ ਲੈਵਲਸ ਆਫ ਮੈਨੇਜਮੈਂਟ ਹੈ। ਟੌਪ ਮੈਨੇਜਮੈਂਟ ਹੈ, ਉਹਦੇ ਕੋਲ ਆਪਣੇ ਕੋਲੇ ਸ਼ੇਅਰ ਹੋਲਡਰਸ ਆ ਗਏ, ਬੋਰਡ ਆਫ ਡਾਇਰੈਕਟਰਸ ਆ ਗਏ, ਚੇਅਰਮੈਨ ਆ ਗਏ, ਮੈਨੇਜਿੰਗ ਡਾਇਰੈਕਟਰਸ ਆ ਗਏ, GM ਆ ਗਏ, ਮਿਡਲ ਲੈਵਲ ਮੈਨੇਜਮੈਂਟ ਫੰਕਸ਼ਨਲ ਹੈਡਸ ਆ ਗਏ, ਆਪਣੇ ਕੋਲ ਸੈਕਸ਼ਨਲ ਆਫਿਸਰਸ ਆ ਗਏ, ਬ੍ਰਾਂਚ ਮੈਨੇਜਰਸ ਆ ਗਏ, ਲੋਅਰ ਲੈਵਲ ਮੈਨੇਜਮੈਂਟ ਦੇ ਸੁਪਰਡੈਂਟਸ ਆ ਗਏ, ਸੁਪਰਵਾਈਜ਼ਰ ਆ ਗਏ, JE ਆ ਗਏ। ਨੈਕਸਟ ਅੱਗੇ ਆਪਣੇ ਕੋਲ ਆ ਗਿਆ ਡਿਪਾਰਟਮੈਂਟਲਾਈਜੇਸ਼ਨ। ਦੇਖੋ, ਇੰਡਸਟਰੀ ਦੇ ਵਿੱਚ ਕੰਮ ਚਲਾਉਣ ਦੇ ਲਈ ਜਿੰਨੇ ਵੀ ਇੰਡਸਟਰੀ ਦੇ ਡਿਪਾਰਟਮੈਂਟਸ ਨੇ, ਚਾਹੇ ਪਰਸੋਨਲ ਡਿਪਾਰਟਮੈਂਟ ਹੈ, ਫਿਨਾਂਸ ਡਿਪਾਰਟਮੈਂਟ ਹੈ, ਪ੍ਰੋਡਕਸ਼ਨ ਹੈ, ਪਰਚੇਜ਼ ਹੈ, ਮਾਰਕੀਟਿੰਗ ਹੈ, ਇੰਡਸਟਰੀ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟਸ ਨੇ ਉਹ ਸਾਰੇ ਡਿਪਾਰਟਮੈਂਟਸ ਨੂੰ ਅਲੱਗ-ਅਲੱਗ ਆਪਾਂ ਫੰਕਸ਼ਨ ਨਾਲ ਹੈਡ ਲਾ ਕੇ ਉਹਨਾਂ ਨੂੰ ਕੰਟਰੋਲ ਕਰਦੇ ਹਾਂ। ਇਹ ਆਪਾਂ ਡੈਫੀਨੇਸ਼ਨ 'ਚ ਲਿਖਿਆ, ਇਟ ਰੈਫਰਸ ਟੂ ਦਾ ਪ੍ਰੋਸੈਸ ਆਫ ਗਰੁੱਪਿੰਗ ਐਕਟੀਵਿਟੀਜ਼ into departments. It is conventionally based on purpose, product, process or function, personal things and place. Departmentalization means ਅਸੀਂ ਪੂਰੀ ਆਰਗੇਨਾਈਜੇਸ਼ਨ ਨੂੰ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਵੰਡਤਾ ਤੇ ਉਹਨਾਂ ਦਾ ਜਿਹੜਾ ਓਵਰਆਲ ਕੰਟਰੋਲ ਹੈ ਉਹ ਟੌਪ ਬੌਸਸ ਦੇ ਅੰਡਰ ਕਰਤਾ। It refers to the process of grouping activities into the departments. Departments ਦੇ ਵਿੱਚ ਪਹਿਲਾਂ ਆਪਾਂ ਐਕਟੀਵਿਟੀਜ਼ ਨੂੰ ਡਿਵਾਈਡ ਕੀਤਾ। ਆਪਣੇ ਕੋਲ ਸ਼ਾਪ ਫਲੋਰ ਹੈ, ਸ਼ਾਪ ਫਲੋਰ ਦੇ ਵਿੱਚ ਡਿਫਰੈਂਟ ਡਿਪਾਰਟਮੈਂਟਸ ਨੇ। ਆਪਣੇ ਕੋਲ ਅਸੈਂਬਲੀ ਲਾਈਨ ਵੀ ਹੈ ਉੱਥੇ, ਆਪਣੇ ਕੋਲ ਹੀਟ ਟ੍ਰੀਟਮੈਂਟ ਸ਼ਾਪ ਵੀ ਹੈ ਉੱਥੇ, ਆਪਣੇ ਕੋਲ ਪ੍ਰੈਸ ਸ਼ਾਪ ਵੀ ਹੈ, ਵੈਲਡਿੰਗ ਸ਼ਾਪ ਵੀ ਹੈ, ਮਸ਼ੀਨ ਸ਼ਾਪ ਵੀ ਹੈ, ਹੈਵੀ ਮਸ਼ੀਨ ਸ਼ਾਪ ਵੀ ਹੈ। ਆਪਣੇ ਕੋਲ ਡਿਫਰੈਂਟ ਹੋਰ ਸੈਕਸ਼ਨਸ ਵੀ ਹੈਗੇ। ਉਹ ਸਾਰੇ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਅੰਦਰ ਇੱਕ ਬਾਸ ਦੇ ਅੰਦਰ ਆਪਾਂ ਡਿਫਰੈਂਟ ਸੈਕਸ਼ਨਸ ਨੂੰ ਵੰਡਤਾ। ਇਹਦੇ ਪਰਸੋਨਲ ਡਿਪਾਰਟਮੈਂਟ ਦੇ ਅੰਦਰ ਡਿਫਰੈਂਟ ਸੈਕਸ਼ਨਸ ਆ ਜਾਂਦੇ ਨੇ, ਫਿਨਾਂਸ ਦੇ ਅੰਦਰ ਆ ਜਾਂਦੇ ਨੇ, ਮਾਰਕੀਟਿੰਗ ਆ ਜਾਂਦੇ ਨੇ, ਪਰਚੇਜ਼ ਦੇ ਅੰਦਰ ਆ ਜਾਂਦੇ ਨੇ। ਉਹ ਸਾਰੇ ਡਿਪਾਰਟਮੈਂਟਸ ਨੂੰ ਆਪਾਂ ਨੇ ਗਰੁੱਪਿੰਗ ਕੀਤੀ। ਇੰਡੀਵਿਜੂਅਲ ਜੋ ਆਪਾਂ ਕਹਿ ਕੇ ਡਿਪਾਰਟਮੈਂਟਲਾਈਜੇਸ਼ਨ, ਡਿਪਾਰਟਮੈਂਟ ਡਿਵਾਈਡ ਕਰਕੇ ਉਹ ਸਾਰੀਆਂ ਐਕਟੀਵਿਟੀਜ਼ ਨੂੰ ਆਪਾਂ ਨੇ ਕੰਬਾਈਨ ਕਰਤਾ। ਕਿਉਂਕਿ ਬੇਟੇ ਤੁਹਾਡਾ ਹੈਗਾ ਫਸਟ ਚੈਪਟਰ। ਹੁਣ ਮੇਰੀ ਤੁਹਾਨੂੰ ਇਹੀ ਐਡਵਾਈਸ ਹੈ ਕਿ ਜਿਹੜੇ ਤੁਹਾਨੂੰ ਮੈਂ ਸਿੰਪਲ ਜਿਹੜੇ ਨੋਟਸ ਤੋਂ ਤੁਹਾਨੂੰ ਮੈਂ ਪੜ੍ਹਾ ਰਿਹਾ, ਹਰ ਇੱਕ ਬੱਚਾ ਇਸ ਨੋਟਸ ਨੂੰ ਆਪਣੀ ਕਾਪੀ ਦੇ ਉੱਤੇ ਹੋਮਵਰਕ ਦੀ ਕਾਪੀ ਆਪਣੀ ਇੱਕ ਅਲੱਗ ਲਾ ਲਓ, ਇੱਕ ਅਲੱਗ ਆਪਣੀ ਕਾਪੀ ਲਾ ਕੇ ਇਸ ਇਕੱਲੇ ਅੱਖਰ ਨੂੰ ਨੋਟਸ ਨੂੰ ਆਪਣੀ ਕਾਪੀ ਦੇ ਉੱਤੇ ਬੇਸਿਕ ਆਫ ਮੈਨੇਜਮੈਂਟ ਦੀ ਕਾਪੀ ਦੇ ਉੱਤੇ ਇਹਨੂੰ ਨੋਟ ਕਰਨਾ। ਤੁਹਾਨੂੰ ਮੈਂ ਫਸਟ ਚੈਪਟਰ ਦੇ ਸਿੰਪਲ ਨੋਟਸ ਦੇ ਅੱਜ ਤੁਹਾਨੂੰ ਮੈਂ ਸਾਰਾ ਐਕਸਪਲੇਨ ਕਰਤਾ ਤੇ ਤੁਸੀਂ ਹੁਣ ਸਾਰਾ ਇਸ ਚੀਜ਼ ਨੂੰ ਕਾਪੀ ਉੱਤੇ ਨੋਟ ਕਰਨਾ। ਤੁਹਾਨੂੰ ਜਿਹੜੀਆਂ ਵੀ ਡਿਫਿਕਲਟੀਜ਼ ਆਉਂਦੀਆਂ ਨੇ ਤੁਸੀਂ ਮੈਨੂੰ ਪੁੱਛੋ। ਬੇਟੇ ਦੇਖੋ ਹੁਣ ਅੱਜ ਦੇ ਟਾਈਮ ਦੇ ਵਿੱਚ ਕੋਵਿਡ-19 ਦੇ ਵਿੱਚ ਆਪਾਂ ਗੁਜ਼ਰ ਰਹੇ ਹਾਂ। ਇਸ ਤੋਂ ਪਹਿਲਾਂ ਸਾਰੇ ਕਲਾਸਿਸ ਆਫਲਾਈਨ ਲੱਗਦੀਆਂ ਸੀ, ਹੁਣ ਆਨਲਾਈਨ ਦੇ ਵਿੱਚ ਤੁਹਾਨੂੰ ਘਰ ਰਹਿ ਕੇ ਹਰ ਇੱਕ ਬੱਚੇ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ। ਤੁਸੀਂ ਆਫਲਾਈਨ ਤੇ ਆਨਲਾਈਨ 'ਚ ਡਿਫਰੈਂਸ ਨੂੰ ਸਮਝੋ। ਹੁਣ ਤੁਹਾਨੂੰ ਸਾਰੀ ਆਪਣੀ ਜ਼ਿੰਮੇਵਾਰੀ ਆਪ ਚੱਕਣੀ ਪੈਣੀ ਹੈ। ਕਿਉਂਕਿ ਬੇਟੇ ਅਸੀਂ ਤੁਹਾਡੀ ਹਰ ਇੱਕ ਪ੍ਰੋਬਲਮ ਹੱਲ ਕਰਨ ਦੇ ਲਈ ਇੱਥੇ ਬੈਠੇ ਹਾਂ। ਤੁਸੀਂ ਦੇਖੋ ਹਜੇ ਤੁਹਾਡੀ ਬੇਸਿਕ ਆਫ ਮੈਨੇਜਮੈਂਟ ਦੀ ਬੁੱਕ ਨਹੀਂ ਆਈ ਕਿਉਂਕਿ ਇਹਦੇ ਵਿੱਚ ਸਿਲੇਬਸ ਪੁਰਾਣਾ ਬਹੁਤ ਜ਼ਿਆਦਾ ਚੇਂਜ ਹੋ ਗਿਆ। 80% ਸਿਲੇਬਸ ਚੇਂਜ ਹੋ ਚੁੱਕਿਆ। ਮੈਂ ਤੁਹਾਨੂੰ ਇੱਕ ਚੈਪਟਰ ਵਾਈਜ਼ ਨੋਟਸ ਭੇਜੀ ਜਾਊਂਗਾ, ਤੁਸੀਂ ਆਪਣਾ ਪੜ੍ਹਨਾ ਸਟਾਰਟ ਕਰ ਦਿਓ। ਇਹ ਨਾਲ ਤੁਸੀਂ ਆਪਣਾ ਟਾਈਮ ਨਾ ਖਰਾਬ ਕਰੋ। ਹੁਣ ਤੁਹਾਡੇ ਕੋਲ ਬੈਸਟ ਆਪਸ਼ਨ ਹੈਗੀ ਹੈ ਕਿ ਆਪਦੇ ਘਰੇ ਰਹਿ ਕੇ ਕੋਵਿਡ-19 ਦੇ ਜੋ ਆਪਣੇ ਕੋਲੇ ਗੌਰਮੈਂਟ ਦੇ ਇੰਸਟਰਕਸ਼ਨਸ ਨੂੰ ਫਾਲੋ ਕਰੋ। ਜਦੋਂ ਤੁਸੀਂ ਘਰੇ ਆਪਣੇ ਟਾਈਮ ਨੂੰ ਮੈਕਸਿਮਮ ਸਟੱਡੀ ਦੇ ਵਿੱਚ ਲਾਓ। ਅੱਜ ਜਿਹੜਾ ਤੁਹਾਡਾ ਟਾਈਮ ਹੈ ਇਹ ਬੜਾ ਕੀਮਤੀ ਹੈ, ਤੁਹਾਡੀ ਲਾਈਫ ਬੜੀ ਕੀਮਤੀ ਹੈ। ਤੇ ਹੁਣ ਆਪਣੀ ਪੜ੍ਹਾਈ ਨੂੰ ਸਟਾਰਟ ਕਰ ਦਿਓ ਬੇਟੇ। ਥੈਂਕਸ।